Hello everyone, welcome to the class of Applied Mechanics. Now, this is our next topic, laws of forces. In this video, we will discuss about the various concepts of forces. So firstly, what is force? So force is a push or pull. Push or pull that causes an object to move faster or slower, stops, change direction or change size or shape of the body. So without force, nothing would ever move. So this is student the just effect part of the force. But ਜੇਕਰ ਆਪਾਂ ਫੋਰਸ ਦੇ concept ਦੀ ਗੱਲ ਕਰੀਏ ਕਿ force ਦਾ origin ਕਿੱਦਾਂ ਹੋਇਆ. So you should be knowing that Sir Isaac Newton was the first person ਜਿਸਨੇ force ਦੇ concept ਨੂੰ define ਕੀਤਾ. ਤੁਹਾਨੂੰ ਸਾਰਿਆਂ ਨੂੰ ਸਟੋਰੀ ਵੀ ਤੁਸੀਂ ਸੁਣੀ ਹੋਏਗੀ ਦ ਐਪਲ ਫਾਲਿੰਗ ਫਰੋਮ ਏ ਟਰੀ. ਤਾਂ ਜਦੋਂ ਨਿਊਟਨ ਨੇ ਉਸ ਸੇਬ ਨੂੰ ਗਿਰਦਿਆਂ ਹੋਇਆ ਅਬਜ਼ਰਵ ਕੀਤਾ ਤਾਂ ਉਸਨੂੰ ਗ੍ਰੈਵੀਟੇਸ਼ਨਲ ਫੋਰਸ ਦਾ ਆਈਡੀਆ ਆਇਆ. ਤਾਂ ਉਸ ਤੋਂ ਬਾਅਦ ਉਸਨੇ ਉਸਨੂੰ ਫਾਰਮ ਕੀਤਾ ਅਤੇ ਫੋਰਸ ਦੇ ਕੰਸੈਪਟ ਨੂੰ ਡਿਫਾਈਨ ਕੀਤਾ. ਸੋ ਫੋਰਸ ਜਿਹੜਾ ਹੈ ਐਕਚੁਅਲੀ ਇਹ ਨਿਊਟਨਸ ਦੇ ਫਸਟ ਲਾਅ ਆਫ ਮੋਸ਼ਨ ਜਿਹੜਾ ਹੈ ਉਹ ਤੋਂ ਅਸੀਂ ਇਸ ਦੇ ਕੰਸੈਪਟ ਨੂੰ ਡਿਫਾਈਨ ਕਰ ਸਕਦੇ ਹਾਂ. ਸੋ ਨਿਊਟਨਸ ਫਸਟ ਲਾਅ ਆਫ ਮੋਸ਼ਨ ਹੈ ਕਿ everybody continues in a state of rest or of uniform motion in a straight line until it is compelled to change that state by force imposed on the body. ਇਹਦਾ ਮਤਲਬ ਇਹ ਹੈ ਸਟੂਡੈਂਟਸ ਕਿ ਕੋਈ ਵੀ ਚੀਜ਼ ਕੋਈ ਵੀ ਆਬਜੈਕਟ ਜਿਹੜਾ ਹੈ ਆਪਣੇ ਸਟੇਟ ਦੇ ਵਿੱਚ ਸਟੇਟ ਹੁੰਦਾ ਚਾਹੇ ਉਹ ਯੂਨੀਫਾਰਮ ਚਾਹੇ ਉਹ ਰੈਸਟ ਦਾ ਸਟੇਟ ਹੋਵੇ ਚਾਹੇ ਉਹ ਮੋਸ਼ਨ ਦਾ ਸਟੇਟ ਹੋਵੇ. ਸੋ ਕੋਈ ਵੀ ਆਬਜੈਕਟ ਜਿਹੜਾ ਹੈ ਆਪਣੇ ਸਟੇਟ 'ਤੇ ਉਦੋਂ ਤੱਕ ਬਣਿਆ ਰਹੇਗਾ ਜਦੋਂ ਤੱਕ ਕਿ ਆਪਾਂ ਉਸ 'ਤੇ ਕੋਈ ਐਕਸਟਰਨਲ ਮੀਡੀਆ ਨਹੀਂ ਲਾਉਂਦੇ ਉਸ ਸਟੇਟ ਨੂੰ ਚੇਂਜ ਕਰਨ ਵਾਸਤੇ. ਅਤੇ ਉਹ ਐਕਸਟਰਨਲ ਮੀਡੀਆ ਹੈ ਫੋਰਸ. ਸੋ ਫੋਰਸ ਕੀ ਚੀਜ਼ ਹੈ? ਇਟ ਇਜ਼ ਸਮਥਿੰਗ ਪੁਸ਼ ਔਰ ਪੁੱਲ. ਪੁਸ਼ ਔਰ ਪੁੱਲ ਅਸੀਂ ਇਹ ਕਹਿ ਰਹੇ ਹਾਂ ਕਿ ਫੋਰਸ ਦੇ ਦੋ ਹੀ ਨੇਚਰਸ ਹੋ ਸਕਦੀਆਂ ਨੇ. ਇਧਰ ਇਟ ਇਜ਼ पुश नेचर और पुल नेचर. यहाँ से तक कम आ रहे हैं या खिंच रहे हैं. ठीक है जी. सो इट इज़ इधर ए पुश और पुल विच प्रोड्यूसेस और टेंड्स टू प्रोड्यूस अ चेंज इन द स्टेट ऑफ रेस्ट. सो इसदे विच दो चीज़ां ने विच प्रोड्यूसेस और टेंड्स टू प्रोड्यूस द स्टेट ऑफ रेस्ट. ठीक है जी. और ऑफ यूनिफॉर्म मोशन ऑफ द बॉडी और चेंज इन द डायरेक्शन ऑफ द ਮੋਸ਼ਨ ਆਫ ਦ ਬੋਡੀ. ਸੋ ਇਹਦੇ ਵਿੱਚ ਸਟੂਡੈਂਟਸ ਮੈਂ ਤੁਹਾਨੂੰ ਦੋ ਚੀਜ਼ਾਂ ਬੋਲੀਆਂ ਨੇ ਵਿਚ ਪ੍ਰੋਡਿਊਸਿਸ ਔਰ ਟੈਂਡਸ ਟੂ ਪ੍ਰੋਡਿਊਸ. ਠੀਕ ਹੈ ਜੀ. ਤਾਂ ਜਦੋਂ ਵੀ ਫੋਰਸ ਲੱਗਦੀ ਹੈ ਉਹ ਕੋਈ ਨਾ ਕੋਈ ਇਫੈਕਟ ਕਾਜ਼ ਕਰਦੀ ਹੈ. ਸੋ ਇਹ ਜ਼ਰੂਰੀ ਨਹੀਂ ਹੈ ਸਟੂਡੈਂਟ ਕਿ ਜਿਹੜਾ ਉਹ ਇਫੈਕਟ ਕਾਜ਼ ਕੀਤਾ ਉਹ ਸਾਨੂੰ ਕਈ ਵਾਰ ਵਿਜ਼ੀਬਲ ਨਹੀਂ ਵੀ ਹੁੰਦਾ ਬਟ ਫੋਰਸ ਤਾਂ ਅਪਲਾਈ ਹੋ ਰਹੀ ਹੈ ਨਾ. ਸੋ ਇਹਦੀ ਮੈਂ ਕੁਛ ਐਗਜ਼ਾਮਪਲਸ ਲੈਂਦੀ ਹਾਂ ਤੁਹਾਡੇ ਕੋਲ. ਸਪੋਜ਼ ਜਦੋਂ ਆਪਾਂ ਕੋਈ ਬਾਲ ਹੈ ਆਪਾਂ ਬਾਲ ਨੂੰ ਪੁਸ਼ ਕਰੀਏ ਹਿੱਟ ਕਰੀਏ ਆਪਣੇ ਪੈਰ ਦੇ ਨਾਲ ਤਾਂ ਉਹ ਰੋਲ ਕਰਨਾ ਸ਼ੁਰੂ ਕਰ ਦੇਗੀ. ਤਾਂ ਹੁਣ ਉਸ ਵਿੱਚ ਕੀ ਸੀ ਪਹਿਲਾਂ ਕੀ ਸੀ ਬਾਲ ਜਿਹੜੀ ਹੈ ਸਟੇਟ ਆਫ ਰੈਸਟ ਵਿੱਚ ਸੀ. ਜਦੋਂ ਆਪਾਂ ਫੋਰਸ ਲਗਾਈ ਮੀਨਸ ਆਪਾਂ ਉਹਨੂੰ ਜਦੋਂ ਹਿੱਟ ਕੀਤਾ ਇਟ ਸਟਾਰਟਸ ਰੋਲਿੰਗ ਤਾਂ ਉਹਦਾ ਸਟੇਟ ਚੇਂਜ ਹੋ ਗਿਆ. ਠੀਕ ਹੈ ਜੀ. ਹੁਣ ਦੂਸਰੀ ਐਗਜ਼ਾਮਪਲ ਜੇਕਰ ਇਹਦੀ ਆਪਾਂ ਕੰਟਰਰੀ ਸੋਚੀਏ ਕਿ ਜੇਕਰ ਕੋਈ ਬਹੁਤ ਭਾਰੀ ਪੱਥਰ ਹੈ ਬਹੁਤ ਵੱਡਾ ਪੱਥਰ ਹੈ ਆਪਾਂ ਉਹਨੂੰ ਹਿੱਟ ਕਰੀਏ ਤਾਂ ਉਹ ਮੂਵ ਕਰੇਗਾ ਉਹ ਨਹੀਂ ਮੂਵ ਕਰੇਗਾ. ਤਾਂ ਹੁਣ ਕੀ ਹੋਇਆ ਆਪਾਂ ਫੋਰਸ ਤਾਂ ਅਪਲਾਈ ਕੀਤੀ ਹੈ. ਠੀਕ ਹੈ ਨਾ. ਆਪਾਂ ਹਿੱਟ ਕੀਤਾ ਹਿੱਟ ਮੀਨਸ ਕਿ ਫੋਰਸ ਇਜ਼ ਅਪਲਾਈਡ ਬਟ ਉਹਦਾ ਸਟੇਟ ਚੇਂਜ ਨਹੀਂ ਹੋਇਆ. ਸੋ ਕੀ ਹੈ ਫੋਰਸ ਕੀ ਹੈ? ਇਟ ਪ੍ਰੋਡਿਊਸਿਸ ਔਰ ਟੈਂਡਸ ਟੂ ਪ੍ਰੋਡਿਊਸ ਅ ਚੇਂਜ ਇਨ ਦਾ ਸਟੇਟ ਆਫ ਰੈਸਟ ਔਰ ਆਫ ਯੂਨੀਫਾਰਮ ਮੋਸ਼ਨ ਆਫ ਦ ਬੋਡੀ. ਠੀਕ ਹੈ ਜੀ. ਹੁਣ ਇੱਕ ਐਗਜ਼ਾਮਪਲ ਹੋਰ ਲੈਂਦੇ ਹਾਂ. ਸਪੋਜ਼ ਕੋਈ ਬਾਲ ਹੈ ਉਹ ਨੀਚੇ ਗਿਰ ਰਹੀ ਹੈ ਤਾਂ ਆਪਾਂ ਉਹਨੂੰ ਹੱਥ ਨਾਲ ਕੈਚ ਕਰਦੇ ਹਾਂ. ਠੀਕ ਹੈ. ਤਾਂ ਹੁਣ ਉਸ ਬਾਲ ਦੇ ਵਿੱਚ ਮੋਸ਼ਨ ਸੀ ਅਤੇ ਜਦੋਂ ਆਪਾਂ ਉਹਨੂੰ ਕੈਚ ਕਰ ਲਿਆ ਉਹਦਾ ਮੋਸ਼ਨ ਡਿਸਟਰੋਏ ਹੋ ਗਿਆ. ਸੋ ਮੋਸ਼ਨ ਜਿਹੜਾ ਹੈ ਆਪਾਂ ਉਹ ਸਟੇਟ ਚੇਂਜ ਕਰਤੀ ਮੋਸ਼ਨ ਦੀ. ਤਾਂ ਸਪੋਜ਼ ਜੇ ਕੋਈ ਰੌਕ ਪੀਸ ਜਿਹੜਾ ਹੈ ਉਹ ਪਹਾੜੀ ਤੋਂ ਥੱਲੇ ਆ ਰਿਹਾ ਰੋਲ ਡਾਊਨ ਕਰ ਰਿਹਾ. ਠੀਕ ਹੈ. ਅਤੇ ਜੇ ਆਪਾਂ ਉਹਨੂੰ ਹੱਥ ਨਾਲ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਮਤਲਬ ਆਪਾਂ ਉਹਨੂੰ ਰੋਕ ਸਕਾਂਗੇ ਨਹੀਂ ਰੋਕ ਸਕਾਂਗੇ. ਤਾਂ ਹੁਣ ਉੱਥੇ ਕੀ ਹੋਇਆ ਆਪਾਂ ਉਸ ਦਾ ਸਟੇਟ ਆਫ ਮੋਸ਼ਨ ਚੇਂਜ ਕਰਨ ਵਾਸਤੇ ਫੋਰਸ ਅਪਲਾਈ ਕਰ ਰਹੇ ਹਾਂ ਬਟ ਸਟੇਟ ਚੇਂਜ ਨਹੀਂ ਹੋ ਰਿਹਾ. ਤਾਂ ਉੱਥੇ ਕੀ ਹੈ ਫੋਰਸ ਕੀ ਕਰ ਰਹੀ ਹੈ? ਇਟ ਟੈਂਡਸ ਟੂ ਚੇਂਜ ਦ ਸਟੇਟ ਆਫ ਡਾਇਰੈਕਸ਼ਨ ਸਟੇਟ ਆਫ ਮੋਸ਼ਨ ਆਫ ਦ ਬੋਡੀ. ਇੱਕ ਚੀਜ਼ ਹੋਰ ਹੈ
or we can change the direction of the motion of the body. ਇਸ ਦੀ ਐਗਜ਼ਾਮਪਲ ਇਹ ਹੈ ਕਿ ਜਿਵੇਂ ਕ੍ਰਿਕਟ, ਟੈਨਿਸ, ਬੈਡਮਿੰਟਨ ਦੀਆਂ ਗੇਮਸ ਨੂੰ ਓਬਜ਼ਰਵ ਕਰੋ। ਜਦੋਂ ਆਪਾਂ ਕ੍ਰਿਕਟ ਦੇ ਵਿੱਚ ਬਾਲ ਨੂੰ ਹਿੱਟ ਕਰਦੇ ਹਾਂ, ਬੋਲਿੰਗ ਕੀਤੀ ਸਪੋਜ਼, ਅਤੇ ਜਦੋਂ ਬੈਟਸਮੈਨ ਨੇ ਉਹਨੂੰ ਹਿੱਟ ਕੀਤਾ ਤਾਂ ਆਪਾਂ ਕੀ ਕਰ ਰਹੇ ਹਾਂ, ਬਾਲ ਜਿਸ ਡਾਇਰੈਕਸ਼ਨ 'ਚ ਆ ਰਿਹਾ ਤਾਂ ਬੈਟਸਮੈਨ ਨੇ ਬਾਲ ਨੂੰ ਹਿੱਟ ਕੀਤਾ, ਉਸਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਫਿਰ ਬਾਲ ਜਿਹੜੀ ਹੈ ਉਹ ਜਾਏਗੀ ਬਿਕੋਜ਼ ਆਫ ਹਿਟਿੰਗ, ਬਿਕੋਜ਼ ਆਫ ਅਪਲਾਈਂਗ ਦਾ ਫੋਰਸ। ਤਾਂ ਹੁਣ ਥਰਡ ਇਸ ਐਗਜ਼ਾਮਪਲ ਦੇ ਵਿੱਚ ਕੀ ਹੋਇਆ ਕਿ ਆਪਾਂ ਡਾਇਰੈਕਸ਼ਨ ਆਫ ਮੋਸ਼ਨ ਵੀ ਜਿਹੜਾ ਹੈ ਉਹ ਫੋਰਸ ਨਾਲ ਚੇਂਜ ਕਰ ਸਕਦੇ ਹਾਂ। ਸੋ a push or a pull, whenever it is applied, it changes the state, ਚਾਹੇ ਉਹ state rest ਦਾ ਹੋਵੇ, ਚਾਹੇ motion ਦਾ ਹੋਵੇ, ਚਾਹੇ direction of motion ਹੋਵੇ। So students, there are numerous examples of the force. So like shown in the slide, when you open a door, when you close a drawer, when you are kicking the ball। ਇਸ ਤੋਂ ਇਲਾਵਾ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹੜੀਆਂ ਕਿ ਆਪਾਂ ਫੋਰਸ ਦੀਆਂ produces or tends to produce ਦੇ ਵਿੱਚ ਕੰਸੀਡਰ ਕਰ ਸਕਦੇ ਹਾਂ। ਨੈਕਸਟ ਇਜ਼ ਇਫੈਕਟਸ ਆਫ ਅ ਫੋਰਸ। ਸੋ ਇਫੈਕਟਸ ਆਫ ਅ ਫੋਰਸ ਜਿਹੜੇ ਨੇ ਉਹੀ ਨੇ ਜਿਹੜੇ ਆਪਾਂ ਹੁਣ ਡਿਸਕਸ ਕੀਤੇ ਨੇ ਕਿ ਇਫੈਕਟ ਜਿਹੜਾ ਹੈ ਉਹ ਸਟੇਟ ਚੇਂਜ ਕਰਨ ਦਾ ਹੁੰਦਾ ਹੈ, ਚਾਹੇ ਰੈਸਟ ਦੀ, ਚਾਹੇ ਮੋਸ਼ਨ ਦੀ, ਚਾਹੇ ਡਾਇਰੈਕਸ਼ਨ ਚੇਂਜ ਕਰਨ ਦੀ। ਸੋ ਜਿਵੇਂ ਮੂਵ ਅ ਸਟੇਸ਼ਨਰੀ ਆਬਜੈਕਟ, ਚੇਂਜ ਇਟਸ ਪੋਜੀਸ਼ਨ ਔਰ ਡਾਇਰੈਕਸ਼ਨ, increase or decrease the speed of moving object, slow down or stop a moving object। ਇਸ ਨੈਕਸਟ ਸਲਾਈਡ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਨੇ ਐਗਜ਼ਾਮਪਲਸ ਨੇ ਇਫੈਕਟਸ ਆਫ ਫੋਰਸ ਦੀਆਂ ਸ਼ੋ ਕੀਤੀਆਂ ਹੋਈਆਂ ਨੇ। ਸੋ ਸਟੂਡੈਂਟਸ ਆਪਾਂ ਕਨਕਲੂਡ ਕਰ ਸਕਦੇ ਹਾਂ ਇਫੈਕਟਸ ਨੂੰ ਕਿ ਇਟ ਮੇ ਚੇਂਜ ਦਾ ਮੋਸ਼ਨ ਆਫ ਦ ਬੋਡੀ, ਮੇਕਿੰਗ ਇਟ ਟੂ ਮੂਵ ਫਾਸਟਰ ਔਰ ਸਲੋਅਰ, ਜਾਂ ਇਟ ਮੇ ਚੇਂਜ ਦਾ ਡਾਇਰੈਕਸ਼ਨ ਆਫ ਦ ਮੋਸ਼ਨ ਆਫ ਦ ਬੋਡੀ, or it may change the size or shape of the body। ਅਤੇ ਆਪਾਂ ਕਹਿ ਸਕਦੇ ਹਾਂ it may give rise to internal stresses of the body। internal stresses of the body ਹੁੰਦੇ ਜਦੋਂ ਆਪਾਂ ਬੋਡੀ 'ਤੇ ਕੋਈ ਫੋਰਸ ਲਗਾ ਰਹੇ ਹਾਂ ਤਾਂ ਬੋਡੀ ਵੀ ਉਸਨੂੰ ਰੈਜ਼ਿਸਟੈਂਸ ਦੇ ਰਹੀ ਹੈ, ਅਪੋਜ਼ ਕਰ ਰਹੀ ਹੈ, ਤਾਂ ਜਿਹੜੀ ਆਪੋਜੀਸ਼ਨ ਬੋਡੀ ਦੇ ਅੰਦਰ ਡਿਵੈਲਪ ਹੁੰਦੀ ਹੈ ਉਹਨੂੰ ਆਪਾਂ ਸਟਰੈਸ ਕਹਿੰਦੇ ਹਾਂ। ਨੈਕਸਟ ਇਜ਼ ਕਰੈਕਟਰਿਸਟਿਕਸ ਆਫ ਅ ਫੋਰਸ। ਸੋ ਇੱਕ ਫੋਰਸ ਨੂੰ ਕੰਪਲੀਟਲੀ ਡਿਫਾਈਨ ਕਰਨ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਨੇ। ਵਨ ਇਜ਼ ਡਾਇਰੈਕਸ਼ਨ ਆਫ ਦ ਫੋਰਸ, ਮੈਗਨੀਟਿਊਡ ਆਫ ਦ ਫੋਰਸ ਐਂਡ ਪੁਆਇੰਟ ਆਫ ਐਪਲੀਕੇਸ਼ਨ ਆਫ ਦ ਫੋਰਸ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਸੋ ਫੋਰਸ ਦਾ ਮੈਗਨੀਟਿਊਡ ਫਸਟ। ਮੈਗਨੀਟਿਊਡ ਕੀ ਹੈ ਕਿ ਫੋਰਸ ਜਿਹੜੀ ਹੈ ਕਿੰਨੀ ਹੈ, ਹਾਊ ਮੱਚ। ਜਿਵੇਂ ਆਪਾਂ ਕਹਿੰਦੇ ਹਾਂ 10 ਨਿਊਟਨ, 50 ਨਿਊਟਨਸ ਦੀ ਫੋਰਸ, ਤਾਂ ਜਿਹੜਾ 10 ਅਤੇ 50 ਵੈਲਿਊ ਹੈ ਉਹ ਐਕਚੁਅਲੀ ਦੈਟ ਇਜ਼ ਦ ਮੈਗਨੀਟਿਊਡ ਆਫ ਦ ਫੋਰਸ। ਦੂਸਰੀ ਚੀਜ਼ ਸਾਨੂੰ ਚਾਹੀਦੀ ਹੈ ਡਾਇਰੈਕਸ਼ਨ ਆਫ ਦ ਫੋਰਸ। ਡਾਇਰੈਕਸ਼ਨ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਨੇ, ਲਾਈਨ ਆਫ ਐਕਸ਼ਨ ਐਂਡ ਸੈਂਸ। ਲਾਈਨ ਆਫ ਐਕਸ਼ਨ ਕਿ ਫੋਰਸ ਲੱਗ ਕਿੱਥੇ ਰਹੀ ਹੈ, ਉਸਦਾ ਰੈਫਰੈਂਸ ਲਾਈਨ ਕਿਹੜੀ ਹੈ, ਜਿਵੇਂ ਆ ਡਾਟਡ ਲਾਈਨ ਇੱਥੇ ਸ਼ੋ ਕੀਤੀ ਹੋਈ ਹੈ, ਦਿਸ ਇਜ਼ ਲਾਈਨ ਆਫ ਐਕਸ਼ਨ ਆਫ ਦ ਫੋਰਸ। ਅਤੇ ਸੈਂਸ, ਸੈਂਸ ਦਾ ਮਤਲਬ ਹੈ ਸਟੂਡੈਂਟਸ ਇਟ ਇਜ਼ ਪੁਸ਼ ਹੈ, ਜਿਹੜੀ ਫੋਰਸ ਲੱਗ ਰਹੀ ਹੈ ਪੁਸ਼ ਹੈ ਕਿ ਪੁੱਲ ਹੈ। ਇਹ ਦੋਨੋਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਬਿਕੋਜ਼ ਇਹਨਾਂ ਦੋਨਾਂ ਦੇ ਨਾਲ ਹੀ ਬਹੁਤ ਇਫੈਕਟ ਆਫ ਫੋਰਸ ਦਾ ਬਹੁਤ ਫਰਕ ਪੈਂਦਾ ਹੈ। ਅਨਦਰ ਥਿੰਗ ਵਿਚ ਵੀ ਰਿਕੁਆਇਰ ਇਜ਼ ਪੁਆਇੰਟ ਆਫ ਐਪਲੀਕੇਸ਼ਨ, ਵੇਅਰ ਦਾ ਫੋਰਸ ਇਜ਼ ਐਕਟਿੰਗ। ਹੁਣ ਫੋਰਸ ਕਿੱਥੇ ਲੱਗ ਰਹੀ ਹੈ, ਸਪੋਜ਼ ਇਹ ਪੁਆਇੰਟ ਹੈ ਇੱਥੇ ਜਿਹੜਾ ਸ਼ੋ ਕੀਤਾ ਹੈ, ਦਿਸ ਇਜ਼ ਪੁਆਇੰਟ ਆਫ ਐਪਲੀਕੇਸ਼ਨ ਆਫ ਫੋਰਸ। ਸੋ ਸਟੂਡੈਂਟਸ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪਤਾ ਹੋਣਗੀਆਂ ਤਾਂ ਅਸੀਂ ਫੋਰਸ ਨੂੰ ਕੰਪਲੀਟਲੀ ਡਿਫਾਈਨ ਕਰ ਸਕਦੇ ਹਾਂ। ਨੈਕਸਟ ਟੌਪਿਕ ਇਜ਼ ਟਾਈਪਸ ਆਫ ਫੋਰਸਿਸ। ਸੋ ਫੋਰਸਿਸ ਨੂੰ ਕੈਟੇਗਰਾਈਜ਼ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਅਤੇ ਮੈਂ ਇਹਨਾਂ ਨੂੰ ਜਸਟ ਇੱਕੋ ਹੀ ਕੈਟੇਗਰੀ ਦੇ ਵਿੱਚ ਤੁਹਾਨੂੰ ਡਿਫਾਈਨ ਕਰ ਰਹੀ ਹਾਂ। ਸਭ ਤੋਂ ਪਹਿਲਾਂ ਕੰਟੈਕਟਿੰਗ ਫੋਰਸਿਸ। ਕੰਟੈਕਟਿੰਗ ਫੋਰਸ ਜਿਹੜੀ ਹੁੰਦੀ ਹੈ ਜਿਹੜੀ ਕਿ ਡਾਇਰੈਕਟ ਕੰਟੈਕਟ ਦੇ ਨਾਲ ਲਗਾਈ ਜਾਵੇ, ਠੀਕ ਹੈ। ਜਦੋਂ ਆਪਾਂ ਬੋਡੀ 'ਤੇ ਡਾਇਰੈਕਟ ਕੰਟੈਕਟ ਕਰਕੇ ਫੋਰਸ ਅਪਲਾਈ ਕਰ ਰਹੇ ਹਾਂ ਉਹ ਕੰਟੈਕਟਿੰਗ ਫੋਰਸ ਹੋਏਗੀ। ਜਿਵੇਂ ਕਿ ਆਪਾਂ ਹੁਣ ਤੱਕ ਗੱਲ ਕੀਤੀ ਹੈ ਪੁਸ਼ ਐਂਡ ਪੁੱਲ ਦੀ, ਉਹ ਕੰਟੈਕਟਿੰਗ ਫੋਰਸ ਹੈ। ਆਪਾਂ ਇਹ ਪੁਸ਼ ਕਰਨਾ ਹੈ, ਪੁੱਲ ਕਰਨਾ ਹੈ, ਵੀ ਹੈਵ ਟੂ ਕੰਟੈਕਟ, ਮੇਕ ਅ ਕੰਟੈਕਟ ਵਿਦ ਦ ਬੋਡੀ। ਨੋਨ ਕੰਟੈਕਟਿੰਗ ਫੋਰਸਿਸ, ਜਦੋਂ ਫੋਰਸ ਜਿਹੜੀ ਹੈ ਪ੍ਰੋਡਿਊਸ ਹੁੰਦੀ ਹੈ ਵਿਦਾਊਟ ਹੈਵਿੰਗ ਟੂ ਟੱਚ ਦ ਬੋਡੀ, ਬੋਡੀ ਨੂੰ ਕੰਟੈਕਟ ਕੀਤੇ ਬਿਨਾਂ ਜਦੋਂ ਫੋਰਸ ਪ੍ਰੋਡਿਊਸ ਹੋ ਰਹੀ ਹੈ, ਦੈਟ ਇਜ਼
नॉन कंटैक्टिंग फोर्स जिमें कि ग्रैविटेशनल पुल ऑफ अर्थ, मैगनैटिक फोर्सिस, ये सारिया नॉन कंटैक्टिंग फोर्सिस ने। आ स्लाइड सानू एग्जाम्पल्स शो करिए कंटैक्टिंग ते नॉन कंटैक्टिंग फोर्सिस दी। दैन टेंसाइल फोर्सिस। टेंसाइल फोर्सिस वो फोर्सिस होंदियां ने जो आप फोर्स नू अप्लाई करांगे, इट इज़ रिस्पॉन्सिबल फॉर इनक्रीजिंग द लेंथ ऑफ द मैंबर। जिस डायरैक्शन आप एक्सिस से फोर्स लगा रहे हैं, जिमें स्ट्रैच किया दोनों साइडों तो एक्सिस से फोर्स लगाई खिंचा, इट रिजल्ट्स इन द एक्सटेंशन ऑफ द मैंबर, वो टेंसाइल फोर्स होएगी। कंप्रेसिव फोर्सिस जड़ियाँ की फोर्सिस शॉर्टन या कंट्रैक्ट कर देन किसी भी मैंबर दियाँ डायमेंशनस नू इन द डायरैक्शन ऑफ एप्लीकेशन। आप जिमें फोर्स अप्लाई कर रहे हैं उसी डायरैक्शन दे विच कंट्रैक्शन जिहड़ी है कंपैक्ट कर देन किसी ऑब्जैक्ट नू, वो कंप्रैसिव फोर्सिस ने। टॉर्शनल फोर्सिस होंदियां ने, इन्हां नू ट्विस्टिंग फोर्सिस भी कहते हैं। ट्विस्टिंग फोर्सिस जदों कि ये किसी भी बॉडी ते कोई डिग्री ऑफ ट्विस्ट प्रोड्यूस कर देन, उन्होंने टर्न कर देन, ठीक है। जस्ट उस लेंथ के अबाउट आप दोनों साइड्स तो दो रोटेशनल फोर्सिस अप्लाई कर रहे हैं एंड इट कॉजेज द ट्विस्टिंग ऑफ द बॉडी, वो टॉर्शनल फोर्सिस होणगियां। दैन बेंडिंग फोर्सिस। बेंडिंग फोर्सिस वो फोर्सिस ने जदों आपां किसी बॉडी ते लगाईयां, उन्होंने कोई डिग्री ऑफ करवेचर या कोई बेंडिंग जिहड़ी है मैंबर दी वो कॉज कर दित्ती, वो होणगियां बेंडिंग फोर्सिस। दैन शेयरिंग फोर्सिस। शेयरिंग फोर्सिस स्टूडेंट्स होंदियां ने जो कि बॉडी दे विच एंगूलर डिस्टॉर्शन कॉज करन। एंगूलर डिस्टॉर्शन मीनस जो सरफेसिस ते लगदियां होण एक पार्ट नू दूजे दे रिलेटिव जिहड़ा है एंगल ते डिस्टॉर्ट कर देन, वो शेयरिंग फोर्सिस ने। नेक्स्ट कम्स द एक्शन एंड रिएक्शन फोर्सिस। एक्शन एंड रिएक्शन का कंसैप्ट एक्चुअली सानू न्यूटन्स थर्ड लॉ ऑफ मोशन तो भी मिलता है। न्यूटन्स थर्ड लॉ ऑफ मोशन स्टेट सेट्स टू एवरी एक्शन देयर इज इक्वल एंड ऑपोजिट रिएक्शन। सो इट मीनस कि कोई भी फोर्स जिहड़ी है वो सिंगल एग्जिस्ट नहीं करती, हमेशा जिहड़ियां फोर्स ने वो पेयर दे विच एग्जिस्ट करदियां ने। सो सपोज एक बॉडी जिहड़ी है आप एग्जाम्पल लै लो, कोई बुक टेबल के उत्ते पई है तो जिहड़ी बुक का भार है वो टेबल के उत्ते पै रहा है, उसनूं असीं एक्शन फोर्स कवांगे। तो टेबल जिहड़ा है उसनूं रजिस्ट कर रहा है, उहदे वेट नूं रजिस्ट करन वास्ते जिहड़ी फोर्स बुक के उत्ते लगा रहा है दैट इज़ रिएक्शन फोर्स। Another category is of point of how the force are applying on the body, किस तरह लग रही ने। So this is point force. Point force ਨੂੰ students concentrated force भी ਕਹਿੰਦੇ ਆ ਆਪਾਂ। ਸੋ ਇਹ ਉਹ forces ਹੁੰਦੀਆਂ ਨੇ ਜਦੋਂ ਕਿ forces ਸਾਰੇ ਦੀ ਸਾਰੀ force ਜਿਹੜਾ magnitude ਹੈ ਉਹ ਇੱਕੋ ਹੀ point ਤੇ body ਦੇ ਇੱਕੋ point ਤੇ ਹੀ ਲੱਗ ਰਿਹਾ ਹੋਵੇ, ਇੱਕੋ ਹੀ point ਤੇ concentrate ਹੋ ਰਿਹਾ ਹੋਵੇ, ਉਹ ਹੁੰਦੀਆਂ ਨੇ पॉइंट फोर्सिस। सो एक्चुअली इदा नहीं हुंदा, जो भी कोई फोर्स बॉडी के उत्ते लगती है तो थोड़ा बहुत एरिया इन्वॉल्व हुंदा है, पर कई केसिस दे विच आपां ओह एरिया जेकर बहुत घट है तो आपां उसनूं पॉइंट लोड पॉइंट फोर्स मान लैंदे आ। अनदर इज यूनीफॉर्मली डिस्ट्रीब्यूटेड फोर्स, इनू डिस्ट्रीब्यूटेड फोर्स भी कहते हैं। तो जो कि ये नाम तो क्लीयर है कि जिहड़ी फोर्स इक्वली फैला के लगी होवे किसी एरिया दे उत्ते, वो है यूनीफॉर्मली डिस्ट्रीब्यूटेड लोड। शॉर्ट फॉर्म च UDL भी इसनू बोल दईदा, ठीक है जी। जिवें पिक्चर दे विच भी क्लीयर है, जिहड़े लॉग्स रखे हुए ने ट्रक दे उत्ते उन्हां दा भार इक्वली उसदे प्लेटफॉर्म ते पै रहा है। इस तो इलावा आपां एक वैसल एक कंटेनर की एग्जाम्पल भी ले सकते हैं। सपोज कोई कंटेनर है जिसने लिक्विड स्टोर किया होया है, ठीक है जी, तो जो लिक्विड का प्रैशर है कंटेनर के बॉटम ते वो इक्को जिहा ही लगेगा, ठीक है जी। वो इस तरह तो नहीं होएगा कि जो लिक्विड का प्रैशर है बॉटम ते कंटेनर के बॉटम ते किसी एक पॉइंट ते ही लग रहा है, बाकियां ते घट लग रहा है, किते वध लग रहा है, नहीं, वो इक्को जिहा लगेगा। सो उन्होंने असी यूनीफॉर्मली डिस्ट्रीब्यूटेड फोर्स लवांगे। थैंक यू वेरी मच।